Good morning students. Today I will start a new topic, cost sheet. Most important topic of your syllabus. Cost sheet is a statement designed to show the output of a particular accounting period along with the breakup of cost. ਮੀਨਸ ਕੀ ਹੈ, ਜੇ ਆਪਾਂ ਕੋਸਟ ਸ਼ੀਟ ਦੀ ਗੱਲ ਕਰਦੇ ਹਾਂ ਤਾਂ ਕੋਸਟ ਸ਼ੀਟ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਜਾਂਦੀ ਹੈ ਕਿ ਜਿੰਨੀ ਵੀ ਆਪਣੀ ਆਊਟਪੁੱਟ ਹੋਈ ਹੈ ਐਟ ਦੀ ਐਂਡ ਉਹ ਸਾਰੀ ਨੂੰ ਆਪਾਂ ਕੀ ਕਰ ਸਕੀਏ, ਰਿਕਾਰਡ ਕਰ ਸਕੀਏ ਇੱਕ ਸ਼ੀਟ ਦੇ ਉੱਪਰ। The data incorporated in cost sheet are collected from various statements of accounts which have been written in cost accounts either day to day or regular record। ਜਿੰਨਾ ਵੀ ਆਪਾਂ cost sheet ਦੇ ਵਿੱਚ ਡਾਟਾ ਰਿਕਾਰਡ ਕਰਦੇ ਹਾਂ ਉਹ ਸਾਰਾ ਡਾਟਾ ਰਿਕਾਰਡ ਕਰਦੇ ਹਾਂ ਜੋ ਆਪਾਂ ਕਿੱਥੋਂ ਲੈਂਦੇ ਹਾਂ, ਆਪਣੀਆਂ ਬੁੱਕਸ ਆਫ ਅਕਾਊਂਟਸ ਦੇ ਵਿੱਚੋਂ ਲੈਂਦੇ ਹਾਂ, ਕਿਉਂਕਿ ਬੁੱਕਸ ਆਫ ਅਕਾਊਂਟਸ ਆਪਣੀਆਂ ਰੈਗੂਲਰ ਬੇਸਿਸ 'ਤੇ ਪ੍ਰੀਪੇਅਰ ਵੀ ਕੀਤੀਆਂ ਹੋ ਸਕਦੀਆਂ ਨੇ ਜਾਂ ਫਿਰ ਕੀ ਹੋ ਸਕਦੀਆਂ ਨੇਗੀਆਂ ਐਟ ਦੀ ਐਂਡ ਵੀ ਹੋ ਸਕਦੀਆਂ ਨੇ। ਤਾਂ ਕੋਸਟ ਸ਼ੀਟ ਜੇ ਆਪਾਂ ਗੱਲ ਕਰੀਏ ਕਿ ਕੀ ਹੈ, ਮੈਮੋਰੈਂਡਮ ਸਟੇਟਮੈਂਟ ਹੈ। There is no fixed form for preparation of cost sheet, but in order to make the cost sheet more useful, it is generally presented in columnar form। ਜੇ ਆਪਾਂ ਗੱਲ ਕਰੀਏ ਵੀ ਕੋਈ ਸਟੈਂਡਰਡ ਫਾਰਮੈਟ ਤਾਂ ਹੈ ਨਹੀਂ ਕੋਸਟ ਸ਼ੀਟ ਪ੍ਰੀਪੇਅਰ ਕਰਨ ਦਾ, ਬਟ ਫਿਰ ਵੀ ਕੀ ਹੁੰਦੀ ਹੈ ਕੋਲਮਨਰ ਫਾਰਮ ਦੇ ਵਿੱਚ ਹੁੰਦੇ ਵੀ ਵੈਲ ਐਂਡ ਗੁੱਡ ਆਪਾਂ ਹਰ ਇੱਕ ਚੀਜ਼ ਨੂੰ ਕੀ ਕਰਦੇ ਹਾਂ, ਪ੍ਰੋਪਰਲੀ ਐਕਸਪਲੇਨ ਕਰਦੇ ਹਾਂ। ਦ ਕਾਲਮਸ ਆਰ ਫॉर ਦੀ ਟੋਟਲ ਕੋਸਟ ਆਫ ਦੀ ਕਰੰਟ ਪੀਰੀਅਡ, ਪਰ ਯੂਨਿਟ ਆਫ ਦੀ ਕਰੰਟ ਪੀਰੀਅਡ, ਟੋਟਲ ਕੋਸਟ ਐਂਡ ਪਰ ਯੂਨਿਟ ਕੋਸਟ। ਕਾਲਮਸ ਦੇ ਵਿੱਚ ਆਪਾਂ ਕੀ ਸ਼ੋ ਕਰਦੇ ਹਾਂ, ਟੋਟਲ ਕੋਸਟ, ਪਰ ਯੂਨਿਟ, ਪਰ ਪ੍ਰੋਡਕਟ, ਟੈਕਸਟ। ਤਾਂ ਸਾਰੀ ਐਕਸਪਲੇਨੇਸ਼ਨ ਆਪਾਂ ਕਿਸ ਦੇ ਵਿੱਚ ਸ਼ੋ ਕਰ ਸਕਦੇ ਹਾਂ, ਕੋਸਟ ਸ਼ੀਟ ਦੇ ਵਿੱਚ ਕਰ ਸਕਦੇ ਹਾਂ। ਹੁਣ ਆਪਾਂ ਨੂੰ ਬੈਨੀਫਿਟਸ ਕੀ ਨੇ, ਐਡਵਾਂਟੇਜਸ ਕੀ ਨੇ ਕੋਸਟ ਸ਼ੀਟ ਪ੍ਰੀਪੇਅਰ ਕਰਨ ਦੇ। ਫਸਟਲੀ ਕੀ ਹੈ, ਇਟ ਡਿਸਕਲੋਜ਼ ਦੀ ਟੋਟਲ ਕੋਸਟ ਐਂਡ ਕੋਸਟ ਪਰ ਯੂਨਿਟ ਆਫ ਦੀ ਯੂਨਿਟਸ। ਆਪਾਂ ਗੱਲ ਕਰ ਚੁੱਕੇ ਹਾਂ ਕਿ ਕੋਸਟ ਸ਼ੀਟ ਦੇ ਵਿੱਚ ਆਪਾਂ ਪਰ ਯੂਨਿਟ, ਪਰ ਪ੍ਰੋਡਕਟ ਕਰਦੇ ਹਾਂ ਤਾਂ ਆਪਾਂ ਨੂੰ ਕੀ ਹੋ ਜਾਂਦੀ ਹੈ, ਪ੍ਰੋਪਰ ਇਨਫੋਰਮੇਸ਼ਨ ਡਿਸਕਲੋਜ਼ ਕਰਦੀ ਹੈ ਕੋਸਟ ਸ਼ੀਟ। ਦੈਨ ਕੋਸਟ ਆਫ ਪ੍ਰੋਡਕਸ਼ਨ 'ਤੇ ਪ੍ਰੋਪਰ ਕੰਟਰੋਲ ਹੋ ਜਾਂਦਾ ਹੈ। ਆਪਾਂ ਕੰਪੈਰੇਟਿਵ ਸਟੱਡੀ ਕਰ ਸਕਦੇ ਹਾਂ, ਮੈਨੂਫੈਕਚਰ ਲਈ ਐਜ਼ ਏ ਗਾਈਡ ਵਰਕ ਕਰਦੀ ਹੈ ਇਹ, ਸੈਲਿੰਗ ਪ੍ਰਾਈਸ ਫਿਕਸ ਕਰ ਸਕਦੇ ਹਾਂ ਜਾਂ ਫਿਰ ਆਪਣੀ ਕੋਸਟ ਆਫ ਪ੍ਰੋਡਕਸ਼ਨ ਵੀ ਰਿਡਿਊਸ ਹੋ ਜਾਂਦੀ ਹੈ ਕਿਉਂਕਿ ਆਪਾਂ ਨੂੰ ਕੋਸਟ ਸ਼ੀਟ ਦੇ ਵਿੱਚ ਕੀ ਹੈ, ਈਚ ਐਂਡ ਐਵਰੀਥਿੰਗ ਆਪਾਂ ਨੂੰ ਉੱਥੇ ਮੈਨਸ਼ਨ ਕੀਤੀ ਜਾਂਦੀ ਹੈ। ਦੈਨ ਆਪਾਂ ਗੱਲ ਕਰਦੇ ਹਾਂ ਨੈਕਸਟ ਇਲਸਟ੍ਰੇਸ਼ਨ ਦੀ। ਦੈਨ ਇਲਸਟ੍ਰੇਸ਼ਨ ਦੇ ਵਿੱਚ ਕੀ ਆਪਾਂ ਨੂੰ ਡਾਇਰੈਕਟ ਮਟੀਰੀਅਲ, ਵੇਜਸ, ਐਵਰੀਥਿੰਗ ਦਿੱਤਾ ਹੈ। ਆਪਾਂ ਇਹਨੂੰ ਕੀ ਕਰਨਾ, ਸਿਰਫ ਇੱਕ ਕੋਸਟ ਰਿਪੋਰਟ ਪ੍ਰੀਪੇਅਰ ਕਰਨੀ ਹੈ ਜਾਂ ਫਿਰ ਆਪਾਂ ਨੇ ਕੀ ਕਰਨਾ ਹੈ, ਸਟੇਟਮੈਂਟ ਆਫ ਕੋਸਟ ਐਂਡ ਪ੍ਰੋਫਿਟ। ਤਾਂ ਆਪਾਂ ਨੂੰ ਪਤਾ ਹੈ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਦੇ ਹੁੰਦੇ ਹਾਂ, ਡਾਇਰੈਕਟ ਐਕਸਪੈਂਸਿਸ ਕਰਦੇ ਹਾਂ। ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਡਾਇਰੈਕਟ ਐਕਸਪੈਂਸਿਸ ਹੋ ਗਏ ਡਾਇਰੈਕਟ ਮਟੀਰੀਅਲ, ਲੇਬਰ ਅਤੇ ਐਕਸਪੈਂਸਿਸ। ਜਿੰਨੇ ਵੀ ਇਨਡਾਇਰੈਕਟ ਹੋਣਗੇ ਉਹ ਹੋਣਗੇ ਓਵਰਹੈਡ ਦੇ ਵਿੱਚ। ਤਾਂ ਆਪਾਂ ਇਹਨਾਂ ਦੇ ਵਿੱਚੋਂ ਕੀ ਕਰਨੇ ਨੇ, ਸਭ ਤੋਂ ਪਹਿਲਾਂ ਤਾਂ ਆਈਡੈਂਟੀਫਿਕੇਸ਼ਨ ਆਫ ਆਈਟਮਸ ਕਰਨਾ ਵੀ ਡਾਇਰੈਕਟ ਕਿਹੜੇ ਨੇ, ਇਨਡਾਇਰੈਕਟ ਕਿਹੜੇ ਨੇ। ਡਾਇਰੈਕਟ ਮਟੀਰੀਅਲ ਹੈ, ਡਾਇਰੈਕਟ ਵੇਜਸ ਹੈ, ਉਹਨੂੰ ਪਹਿਲਾਂ ਪਾਓ। ਉਹਦੇ ਵਿੱਚ ਆਪਾਂ ਨੇ ਐਡ ਕਿਸ ਨੂੰ ਕਰਨਾ, ਆਪਣੇ ਸਾਰੇ ਇਨਡਾਇਰੈਕਟ ਐਕਸਪੈਂਸਿਸ ਕਿਹੜੇ ਕਿਹੜੇ, ਜਿਵੇਂ ਫੈਕਟਰੀ ਹੋ ਗਈ, ਵੇਜਸ ਹੋ ਗਏ, ਫੈਕਟਰੀ ਰੈਂਟ, ਸਾਰਿਆਂ ਨੂੰ ਐਡ ਕਰ ਦੇਣਾ। ਉਸ ਤੋਂ ਬਾਅਦ ਕਿਹੜੇ ਹੋਣਗੇ, ਆਪਣੇ ਐਡਮਿਨਿਸਟ੍ਰੇਟਿਵ ਲੈਵਲ 'ਤੇ ਕਿਹੜੇ ਹੋਣਗੇ। ਤਾਂ ਦੇਖੋ ਜੇ ਆਪਾਂ ਗੱਲ ਕਰੀਏ ਫੈਕਟਰੀ ਓਵਰਹੈਡ ਦੀ ਅਤੇ ਐਡਮਿਨਿਸਟ੍ਰੇਸ਼ਨ ਓਵਰਹੈਡ ਦੀ, ਤਾਂ ਫੈਕਟਰੀ ਦੇ ਵਿੱਚ ਤੁਸੀਂ ਉਹ ਸਾਰੇ ਪਾਉਣੇ ਨੇ ਜਿਹੜੇ ਮੈਨੂਫੈਕਚਰਿੰਗ ਟਾਈਮ 'ਤੇ ਲੱਗਦੇ ਨੇ, ਜਿਵੇਂ ਇਲੈਕਟ੍ਰੀਸਿਟੀ ਯੂਜ਼ ਕਰਦੇ ਹਾਂ ਆਪਾਂ, ਵਾਟਰ, ਓਇਲ, ਲਾਈਟਿੰਗ, ਡੈਪਰੀਸੀਏਸ਼ਨ, ਜਿੰਨੀਆਂ ਵੀ ਮਸ਼ੀਨਾਂ ਨਾਲ ਰਿਲੇਟਡ ਨੇ, ਜਾਂ ਫਿਰ ਲਾਈਟਿੰਗ, ਇਲੈਕਟ੍ਰੀਸਿਟੀ, ਵਾਟਰ, ਸਾਰਾ ਕੁਛ ਯੂਜ਼ ਕਰਕੇ ਇੱਕ ਪ੍ਰੋਡਕਟ ਮੈਨੂਫੈਕਚਰ ਕਰ ਰਹੇ ਹਾਂ। ਬਟ ਨੈਕਸਟ ਆਪਾਂ ਪੋਸਟ ਕਰਾਂਗੇ ਐਡਮਿਨਿਸਟ੍ਰੇਟਿਵ ਓਵਰਹੈਡ। ਐਡਮਿਨਿਸਟ੍ਰੇਟਿਵ ਦੇ ਵਿੱਚ ਉਹ ਆ ਜਾਣਗੇ ਆਪਣੀ ਮੈਨੇਜਮੈਂਟ ਦੇ ਐਕਸਪੈਂਸਿਸ, ਪਲੈਨਸ, ਪੋਲਿਸੀਜ਼, ਡਾਇਰੈਕਟਰ ਦੀ ਫੀਸ, ਸੈਲਰੀ, ਟੈਲੀਫੋਨ ਚਾਰਜਸ, ਪੋਸਟੇਜ, ਟੈਲੀਗ੍ਰਾਮ, ਇਹ ਸਾਰੇ ਆਪਾਂ ਜਿਹੜੇ P&L ਦੇ ਵਿੱਚ ਪਾਉਂਦੇ ਆ। ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਯਾਦ ਰਹਿੰਦਾ ਤਾਂ ਇੰਨਾ ਕੁ ਯਾਦ ਰੱਖ ਲਓ ਵੀ ਫੈਕਟਰੀ ਓਵਰਹੈਡ ਦੇ ਵਿੱਚ ਆਪਾਂ ਟ੍ਰੇਡਿੰਗ ਦੇ ਪਾਉਣੇ ਨੇ ਅਤੇ ਐਡਮਿਨਿਸਟ੍ਰੇਟਿਵ ਲੈਵਲ 'ਤੇ ਆਪਾਂ ਨੇ P&L ਦੇ ਪਾਉਣੇ ਨੇ। ਦੈਨ ਆਪਾਂ ਨੈਕਸਟ ਕੀ ਕਰਾਂਗੇ, ਸੈਲਿੰਗ ਐਂਡ ਡਿਸਟਰੀਬਿਊਟਿਵ, ਜਿਵੇਂ ਕੈਰੇਜ ਆਊਟਵਰਡ ਹੋ ਗਿਆ, ਟਰੈਵਲਿੰਗ ਐਕਸਪੈਂਸਿਸ ਹੋ ਗਏ, ਐਡਵਰਟਾਈਜ਼ਮੈਂਟ, ਜਿਹੜੇ ਸੈਲਿੰਗ 'ਤੇ ਲੱਗੇ ਉਹ ਸਾਰੇ। ਤਾਂ ਆਪਾਂ ਐਟ ਦੀ ਐਂਡ ਕੀ ਕਰ ਦਾਂਗੇ, ਇਹਨੂੰ ਮਾਈਨਸ ਕਰ ਦਾਂਗੇ। ਤਾਂ ਇਹ ਇਲਸਟ੍ਰੇਸ਼ਨ ਤੁਸੀਂ ਟਰਾਈ ਕਰਕੇ ਦੇਖੋ, ਕੋਈ ਵੀ ਡਾਊਟ ਹੋਇਆ ਤਾਂ ਸਮਝ ਲਿਓ। ਨੈਕਸਟ ਆਪਣਾ ਟਰੀਟਮੈਂਟ ਆਫ ਸਟਾਕ। ਆਪਾਂ ਨੂੰ ਪਤਾ, ਆਪਾਂ ਦੇਖੋ ਐਵਰੇਜ ਸਟਾਕ ਕੈਲਕੂਲੇਟ ਕਰਨਾ, ਜੇ ਆਪਾਂ ਕੀ ਕਰਾਂਗੇ, ਓਪਨਿੰਗ ਪਲੱਸ ਕਲੋਜ਼ਿੰਗ ਅਪੋਨ 2। ਤਾਂ ਓਪਨਿੰਗ ਸਟਾਕ ਦੇ ਵਿੱਚ ਜੇ ਆਪਾਂ ਨੇ ਕੁਛ ਐਕਸਟਰਾ ਪਰਚੇਜ਼ ਕੀਤਾ ਉਹਨੂੰ ਐਡ ਕਰ ਦਿਓ, ਮਾਈਨਸ ਕਲੋਜ਼ਿੰਗ ਸਟਾਕ, ਜਾਂ ਫਿਰ ਉੱਤੇ ਕੋਈ ਕੋਸਟ ਲੱਗੀ ਉਹਨੂੰ ਆਪਾਂ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ। ਸੇਮ ਕੇਸ ਕਿਸ ਦਾ, ਵਰਕ ਇਨ ਪ੍ਰੋਗਰੈਸ ਹੈ ਅਤੇ ਫਿਨਿਸ਼ਡ ਗੁਡਸ ਹੈ। ਤਾਂ ਇਹਨੂੰ ਇੱਕ ਵਾਰ ਤਿੰਨੇ ਟੋਪਿਕਸ ਨੂੰ ਰੀਡ ਕਰ ਲਿਓ। ਇਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਾਂਗੇ, ਇਲਸਟ੍ਰੇਸ਼ਨ ਦੇ ਨਾਲ ਇਹਨੂੰ ਸਮਝਾਂਗੇ। ਥੈਂਕ ਯੂ।